ਤੇ ਹੁਣ ਆਪਾਂ ਜੀ ਰੁੱਖ ਕਰਦੇ ਆ ਇੱਕ ਵਾਰ ਫੇਰ ਉਸ ਖਬਰ ਦਾ ਜਿਹਨੇ ਉਹ ਸਾਰੇ ਹੀ ਸੁਹਿਰਦ ਸੋਚ ਵਾਲੇ ਲੋਕਾਂ ਦੇ ਦਿਲ ਪਸੀਜੇ ਸਨ ਜਦੋਂ ਇਹ ਖਬਰ ਆਈ ਸੀ ਸੰਤ ਰਾਮ ਸਿੰਘ ਹੋਣਾ ਦੀ ਜਿਹੜੀ ਉਹਨਾਂ ਨੇ ਆਤਮ ਹੱਤਿਆ ਕਰ ਜੀ ਲਿੱਤੀ ਸੀ ਅੰਦੋਲਨ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ। ਪੰਜ ਤੱਤਾਂ ਦੇ ਵਿੱਚ ਵਿਲੀਨ ਹੋਏ ਨੇ ਜੀ ਸੰਤ ਰਾਮ ਸਿੰਘ ਜੀ। ਹਜ਼ਾਰਾਂ ਨਾਮੱਖਾਂ ਨੇ ਉਹਨਾਂ ਨੂੰ ਜਿਹੜਾ ਆਪਣਾ ਅੰਤਿਮ ਵਿਦਾਇਗੀ ਦਿੱਤੀ ਹੈ। ਸੰਤ ਰਾਮ ਸਿੰਘ ਉਹਨਾਂ ਦੇ ਅੰਤਮ ਜਿਹੜੀ ਵਿਦਾਇਗੀ ਦੇ ਵਿੱਚ ਕਈ ਤਰ੍ਹਾਂ ਦੇ ਪੋਲੀਟੀਕਲ ਜਿਹੜੇ ਲੀਡਰ ਵੀ ਸ਼ਾਮਲ ਹੋਏ ਨੇ ਤੇ ਹੋਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਆ। ਇਸ ਬਾਬਤ ਜ਼ਰੂਰ ਜਿਹੜੀ ਜਾਣਕਾਰੀ ਸਾਂਝੀ ਕਰਿਓ। ਬਿਲਕੁਲ, ਦੇਖੋ ਤੁਸੀਂ ਜਿਵੇਂ ਜਾਣਦੇ ਹੋ ਕਿ 2 ਦਿਨਾਂ ਪਹਿਲਾਂ ਸੰਤ ਰਾਮ ਸਿੰਘ ਜਿਹੜੇ ਕਿ ਪਿੰਡ ਸਿੰਘੜਾ ਜਿਹੜਾ ਕਿ ਕਰਨਾਲ ਦੇ ਨਿਸਿੰਗ 'ਚ ਪੈਂਦਾ, ਉੱਥੇ ਦੇ ਉਹ ਵਾਸੀ ਸੀਗੇ ਤੇ ਉਹਨਾਂ ਨੇ ਖੁਦ ਨੂੰ ਜਿਹੜਾ ਗੋਲੀ ਮਾਰ ਲਈ ਸੀ, ਸੁਸਾਈਡ ਕੀਤਾ ਸੀ। ਸੁਸਾਈਡ ਨੋਟ ਵੀ ਬਰਾਮਦ ਹੋਇਆ। ਕਿਸਾਨਾਂ ਦੇ ਇਸ ਸੰਘਰਸ਼ ਤੋਂ ਜਿਹੜਾ ਦੁਖੀ ਹੋ ਕੇ ਉਹਨਾਂ ਨੇ ਅਜਿਹਾ ਸਟੈਪ ਚੁੱਕਿਆ। ਅੱਜ ਜਿਹੜਾ ਹੈਗਾ ਪੰਜ ਤੱਤ 'ਚ ਉਹ ਜਿਹੜੇ ਹੈ ਵਿਲੀਨ ਹੋ ਗਏ। ਜਿਹੜਾ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੈ ਉਹ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੂਰ ਦਰਾਡੇ ਜਿਹੜੇ ਲੋਕ ਹੈ ਉੱਥੇ ਪਹੁੰਚੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਨਾ ਸਿਰਫ ਸਿਆਸੀ ਲੋਕ ਪਹੁੰਚੇ ਬਲਕਿ ਵੱਡੀ ਗਿਣਤੀ ਵਿੱਚ ਆਮ ਜਿਹੜੇ ਲੋਕ ਹੈ ਉਹ ਵੀ ਉੱਥੇ ਪਹੁੰਚੇ, ਕਿਉਂਕਿ ਕੌਜ਼ ਬੜਾ ਵੱਡਾ ਸੀਗਾ। ਤਾਂ ਜੀ ਦੇਖੋ ਕੌਜ਼ ਬੜਾ ਵੱਡਾ ਹੈਗਾ, ਕਿਉਂਕਿ ਕਿਸਾਨਾਂ ਦੇ ਲਈ ਉਹਨਾਂ ਨੇ ਜਿਹੜੀ ਹੈ ਆਪਣੀ ਜਾਨ ਦਿੱਤੀ ਹੈ। ਇੱਕ ਸੈਕਰੀਫਾਈਸ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਇੰਨਾ ਵੱਡਾ ਉਹਨਾਂ ਨੇ ਦਿੱਤਾ, ਕਿਉਂਕਿ ਉਹ ਤੰਗ ਆ ਗਏ ਸੀ। ਉਹਨਾਂ ਨੂੰ ਦਿਖ ਰਿਹਾ ਸੀਗਾ ਕਿ ਕਿਸਾਨ ਜਿਹੜੇ ਨੇ ਸੜਕਾਂ ਤੇ ਰੁਲ ਰਹੇ ਆ, ਉਹ ਅੰਨਦਾਤਾ ਜੋ ਪੂਰੇ ਮੁਲਕ ਦਾ ਢਿੱਡ ਭਰਦਾ ਤੇ ਅੱਜ ਉਹ ਸੜਕਾਂ ਤੇ ਰੁਲਣ ਨੂੰ ਮਜਬੂਰ ਹੈ, ਉਹ ਵੀ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਹੀ ਸਰਕਾਰ ਦੇ ਮੂਹਰੇ ਜਿਹੜਾ ਹੈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ, ਪਰ ਉਸਦਾ ਸਿੱਟਾ ਕੋਈ ਨਹੀਂ ਨਿਕਲ ਰਿਹਾ। ਇਸ ਕਰਕੇ ਉਹਨਾਂ ਨੇ ਅਜਿਹਾ ਸਟੈਪ ਚੱਕਿਆ। ਹਾਲਾਂਕਿ ਮੰਦਭਾਗੀ ਗੱਲ ਅਜਿਹਾ ਹੋਇਆ, ਪਰ ਸਰਕਾਰ ਨੂੰ ਕਿਤੇ ਨਾ ਕਿਤੇ ਇਸ ਤੋਂ ਕੋਈ ਸੀਖ ਲੈਣੀ ਚਾਹੀਦੀ ਹੈ, ਕੋਈ ਸਬਕ ਲੈਣਾ ਚਾਹੀਦਾ ਹੈ। ਤੇ ਇਮੀਡੀਏਟਲੀ ਜਿਹੜੀ ਹੈ ਉਹ ਜਿਹੜਾ ਚੈਨਲ ਹੁੰਦਾ ਗੱਲਬਾਤ ਦਾ, ਕਮਿਊਨੀਕੇਸ਼ਨ ਦਾ, ਉਹ ਮੁੜ ਤੋਂ ਖੋਲ੍ਹਣਾ ਚਾਹੀਦਾ। ਸਰਕਾਰ ਕਹਿੰਦੀ ਜ਼ਰੂਰ ਅਸੀਂ ਸੰਪਰਕ ਦੇ ਵਿੱਚ ਹੈਗੇ ਹਾਂ, ਕਿਸਾਨ ਆਗੂਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਜੀ, ਤੇ ਸਾਡੇ ਨਾਲ ਗੱਲਬਾਤ ਕਦੀ ਵੀ ਆ ਕੇ ਕਰ ਸਕਦੇ ਆ, ਪਰ ਅਜਿਹਾ ਹੋ ਨਹੀਂ ਰਿਹਾ। ਕਿਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਰੱਦ ਕੀਤਾ ਜਾਏ। ਸਰਕਾਰ ਦਾ ਕਹਿਣਾ ਹੈਗਾ ਅਸੀਂ ਸਿਰਫ ਸੌਦਾ ਕਰ ਸਕਦੇ ਹਾਂ, ਮਾਮਲਾ ਅੜਿਆ ਹੋਇਆ। ਵਿਚਾਲੇ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਹੈ ਉਸਨੇ ਇੰਟਰਫੇਅਰ ਕੀਤਾ, ਯਾਨੀ ਇੰਟਰਵੀਨ ਕੀਤਾ ਹੈਗਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਇਹਦਾ ਪੈਨਲ ਬਣਾ ਦਿੰਦੇ ਹਾਂ। ਤੇ ਉਸ ਪੈਨਲ ਦੇ ਵਿੱਚ ਵੀ ਜਿਹੜਾ ਹੈਗਾ ਇੱਕ ਐਮੀਨੈਂਟ ਜਿਹੜੇ ਜਰਨਲਿਸਟ ਦਾ ਨਾਂ ਆ ਰਿਹਾ ਜੀ, ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਸ਼ਾਇਦ ਰეკਮੈਂਡ ਕੀਤਾ ਗਿਆ। ਤੇ ਉਹਨਾਂ ਨੇ ਆਪਣੇ ਵੱਲੋਂ ਕਿਹਾ ਕਿ ਅਗਰ ਅਜਿਹਾ ਪੈਨਲ ਬਣਦਾ ਹੈ ਤੇ ਸਰਕਾਰ ਉਹਨਾਂ ਨੂੰ ਅਪਰੋਚ ਕਰਦੀ ਹੈ ਔਨ ਦਾ ਰეკਮੈਂਡੇਸ਼ਨਸ ਆਫ ਦਾ ਕੋਰਟ, ਆਨਰੇਬਲ ਕੋਰਟ, ਤੇ ਉਹ ਇਸ ਕਮੇਟੀ ਦਾ ਹਿੱਸਾ ਨਹੀਂ ਬਣਨਾ ਚਾਹਣਗੇ ਜਿਹੜਾ ਕਿ ਸਿੱਧੇ ਸਿੱਧੇ ਤੌਰ ਤੇ ਕਿਸਾਨਾਂ ਦਾ ਡੈਥ ਵਾਰੰਟ ਹੈਗਾ। ਦੇਖੋ ਕਿੰਨੀ ਵੱਡੀ ਗੱਲ ਹੈਗੀ ਹੈ, ਕਿਉਂਕਿ ਉਹ ਵੀ ਜਾਣ ਰਹੇ ਨੇ, ਸਮਝ ਰਹੇ ਨੇ ਇਸ ਚੀਜ਼ ਨੂੰ ਕਿ ਇਹ ਜਿਹੜਾ ਹੋ ਰਿਹਾ ਹੈ ਸੰਘਰਸ਼ ਜਿਹੜਾ ਹੋ ਰਿਹਾ ਬਹੁਤ ਔਖਾ ਹੈਗਾ। ਸਰਕਾਰ ਗਲਤ ਕਰ ਰਹੀ ਹੈ, ਸਿੱਧੇ ਤੌਰ ਤੇ ਉਹਨਾਂ ਨੇ ਵੀ ਇਸ ਨੂੰ ਗਲਤ ਕਰਾਰ ਦਿੱਤਾ ਹੈ। ਜੀ ਬਿਲਕੁਲ ਗੌਰਵ ਜੀ, ਜਿਵੇਂ ਤੁਸੀਂ ਗੱਲ ਕੀਤੀ ਆ, ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਇਸ ਕਮੇਟੀ ਦੀ ਸਿਫਾਰਿਸ਼ ਕੀਤੀ ਆ, ਜਿਹੜਾ ਆਪਣਾ ਕਿਸਾਨ ਅੰਦੋਲਨ ਦੇ ਆਗੂ ਨੇ, ਇਹਨਾਂ ਆਗੂਆਂ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਕੁਝ ਜਿਹੜੇ ਨਾਮੀ ਵਕੀਲ ਨੇ, ਚਾਹੇ ਉਹ ਐਚ.ਐਸ. ਫੁਲਕਾ ਦੀ ਗੱਲ ਕਰ ਲਓ, ਚਾਹੇ ਉਹ ਹੋਰ ਜਿਹੜੇ ਸੁਪਰੀਮ ਕੋਰਟ ਦੇ ਵਕੀਲ ਨੇ, ਕਿ ਉਹਨਾਂ ਦਾ ਪੈਨਲ ਜਿਹੜਾ ਬਣਾਇਆ ਜਾਵੇਗਾ ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ, ਤੇ ਉਹ ਫਿਰ ਅੱਗੇ ਜੋ ਵੀ ਸੋਚਣਗੇ, ਜੋ ਵੀ ਉਹ ਗਾਈਡ ਕਰਨਗੇ, ਉਸ ਦੇ ਹਿਸਾਬ ਦੇ ਨਾਲ ਹੀ ਫੈਸਲਾ ਲਿਆ ਜਾਣਾ। ਤੇ ਦੂਜੇ ਪਾਸੇ ਜੇ ਗੱਲ ਕਰੀਏ, ਜੋ ਵੀ ਜਾਨਾਂ ਗਈਆਂ ਨੇ ਕਿਸਾਨਾਂ ਦੀਆਂ, 20 ਦਸੰਬਰ ਨੂੰ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਪਿੰਡ ਦੇ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਜਾਣੀਆਂ ਗੌਰਵ ਜੀ, ਤੇ ਇਸ ਸੰਬੰਧੀ ਜ਼ਰੂਰ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ। ਅਵਤਾਰ ਜੀ, ਹੁਣ ਤੱਕ ਤਕਰੀਬਨ 24 ਤੋਂ 25 ਕਿਸਾਨਾਂ ਦੀ ਤੇ ਕੁਝ ਨੌਜਵਾਨ ਜਿਨ੍ਹਾਂ 'ਚ ਵੱਡੀ ਗਿਣਤੀ ਸੀਗੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਕਿਸਾਨੀ ਸੰਘਰਸ਼ ਦੇ ਵਿੱਚ। ਤੇ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਕਿ 20 ਤਰੀਕ ਨੂੰ ਜਿਹੜਾ ਹੈ ਪਿੰਡ ਜਾ ਕੇ ਉਹਨਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ, ਕਿਉਂਕਿ ਉਹਨਾਂ ਦਾ ਇਹ ਬਹੁਤ ਵੱਡਾ ਜਿਹੜਾ ਸੁਪਰੀਮ ਸੈਕਰੀਫਾਈਸ ਸੀਗਾ, ਇੱਕ ਸਭ ਤੋਂ ਵੱਡਾ ਜਿਹੜਾ ਬਲੀਦਾਨ ਕਿਹਾ ਜਾ ਸਕਦਾ ਇਸ ਸੰਘਰਸ਼ ਦੇ ਲਈ, ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਜਿਹੜਾ ਸੰਘਰਸ਼ ਵਿੱਢਿਆ ਹੈਗਾ। ਇਹ ਜਿਹੜਾ ਸੰਘਰਸ਼ ਹੈ ਕਿਸੇ ਇੱਕ ਦਾ ਨਹੀਂ ਹੈਗਾ, ਇਹ ਸਾਰਿਆਂ ਦਾ ਹੈਗਾ, ਆਉਣ ਵਾਲੀ ਪੀੜ੍ਹੀ ਦਾ ਹੈਗਾ। ਤੇ ਉਸ ਦੇ ਲਈ ਜਿਹਨਾਂ ਵੀ ਕਿਸਾਨਾਂ ਨੇ ਜਿਹੜੀਆਂ ਜਾਨਾਂ ਗਵਾਈਆਂ, ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ, ਉਹਨਾਂ ਦੇ ਘਰ ਜਾ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦੇਣਗੀਆਂ। 20 ਤਰੀਕ ਨੂੰ ਜਿਹੜੇ ਆ ਇਹ ਸਮਾਗਮ ਹੈ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਰੱਖੇ ਜਾਣਗੇ। ਜੀ ਬਿਲਕੁਲ, ਇਹ ਬਹੁਤ ਅਫਸੋਸਨਾਕ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ। ਇਹ ਕਿਸਾਨ
ਉਹ ਇਹਨਾਂ ਜਿਹੜੀਆਂ ਮੌਤਾਂ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਬਹੁਤ ਛੋਟੀ ਉਮਰ ਤੋਂ ਜਿਹੜੇ ਨੌਜਵਾਨ ਉਹ ਵੀ ਨੇ, ਤੇ ਜਿਹੜੇ ਬਜ਼ੁਰਗ ਨੇ, ਅੱਧ-ਘੜ ਉਮਰ ਦੇ ਕਿਸਾਨ ਨੇ, ਤੇ ਇਹ ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਇਆ, ਸ਼ਾਇਦ ਉਹਨਾਂ ਦਾ ਦੁੱਖ ਉਹਨਾਂ ਨੂੰ ਹੀ ਪਤਾ, ਕਿਉਂਕਿ ਗੱਲ ਕਰਨੇ ਵਾਲੇ ਤਾਂ ਗੱਲ ਕਰਕੇ ਅੱਗੇ ਤੁਰ ਜਾਂਦੇ ਨੇ ਜੀ, ਪਰ ਜਿਸ ਪਰਿਵਾਰ ਦੇ ਵਿੱਚੋਂ ਕੋਈ ਬਿਲਕੁਲ ਵਿਛੜਦਾ ਉਸ ਨੂੰ ਹੀ ਪਤਾ ਹੁੰਦਾ ਉਸ ਹਾਂ ਜਿਹੜੇ ਮੌਤ ਦੇ ਦੁੱਖ ਦਾ। ਕਿਉਂਕਿ ਜਿਵੇਂ ਹੁਣ ਪਿੱਛੇ ਜੇ ਖਬਰ ਆਈ ਸੀ, ਇੱਕ ਨੌਜਵਾਨ ਜਿਹੜਾ ਟਰਾਲੀ ਤੋਂ ਗਿਰਿਆ ਤੇ ਉਹਦੀ ਮੌਤ ਹੋ ਗਈ, ਤੇ ਤੁਸੀਂ ਸੋਚ ਸਕਦੇ ਹੋ ਕਿ ਉਸ ਪਰਿਵਾਰ ਉੱਤੇ ਕੀ ਭਾਣਾ ਬੀਤਿਆ ਹੋਣਾ। ਤੇ ਜਿਹੜੀਆਂ ਇਹ ਕੈਜੂਅਲਟੀਜ਼ ਹੋਈਆਂ ਨੇ, ਮੌਤਾਂ ਹੋਈਆਂ ਨੇ, ਜਿਹੜਾ ਕਿਸਾਨ ਯੂਨੀਅਨ ਇਹ ਇਸ ਬਾਬਤ ਜਿਹੜੀ ਇੱਕ ਕੰਪਨਸੇਸ਼ਨ ਬਾਰੇ ਗੱਲ ਕਰ ਰਹੀਆਂ ਨੇ, ਇਹ ਕੀ ਗੱਲਬਾਤ ਹੈ ਜੀ? ਦੇਖੋ ਅਵਤਾਰ ਜੀ, ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ, ਕਿਉਂਕਿ ਬਹੁਤ ਜ਼ਿਆਦਾ ਠੰਡ ਹੈਗੀ ਹੈ, ਬਹੁਤ ਜੀ ਔਖਾ ਸਮਾਂ ਕਿਸਾਨਾਂ ਦੇ ਲਈ ਹੈਗਾ। ਸੜਕਾਂ ਦੇ ਉੱਪਰ ਸਾਰਿਆਂ ਨੂੰ, ਕਿਸਾਨਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਉੱਥੇ ਜਿਹੜਾ ਬਿਤਾਉਣਾ ਪੈ ਰਿਹਾ। ਬਹੁਤ ਔਖਾ ਇਹ ਜੀ ਜਿਹੜਾ ਹੈਗਾ ਮੋਰਚਾ ਲੱਗਿਆ ਹੋਇਆ, ਤੇ ਇਸ ਦੇ ਵਿੱਚ ਵੱਡੀ ਗਿਣਤੀ ਵਿੱਚ ਹਰ ਦਿਨ ਜਿਹੜੀ ਹੈ ਕੋਈ ਨਾ ਕੋਈ ਖਬਰ ਮੌਤ ਦੀ ਆ ਰਹੀ ਹੈ। ਕੋਈ ਦਿਨ ਅਜਿਹਾ ਨਹੀਂ ਜੀ ਬੀਤਾ ਜਿਸ ਦਿਨ ਅਜਿਹਾ ਨਾ ਹੋਇਆ ਹੋਵੇ, ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈਗਾ, ਪਰ ਇਹ ਹੋ ਰਿਹਾ। ਹੁਣ ਇਸ ਨੂੰ ਵੇਖਦੇ ਜੀ ਹੋਏ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਉਹਨਾਂ ਨੇ ਵਿਚਾਰਾਂ ਕੀਤੀਆਂ ਕਿ ਸਰਕਾਰ ਜਿਹੜੀਆਂ ਹੈਗੀ ਹੈ, ਭਾਵੇਂ ਹਰਿਆਣਾ ਸਰਕਾਰ ਹੋਵੇ, ਪੰਜਾਬ ਜਾਂ ਕੇਂਦਰ, ਕੰਪਨਸੇਸ਼ਨ ਪਾਲਿਸੀ ਹੋਵੇ, ਯਾਨੀ ਮੁਆਵਜ਼ਾ ਜਿਹੜਾ ਹੈਗਾ ਜ਼ਰੂਰ ਮਿਲਣਾ ਚਾਹੀਦਾ ਹੈਗਾ। ਅਗਰ ਤੁਸੀਂ ਕਹਿੰਦੇ ਹੋ ਕਿ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਜਿਹੜੇ ਪੰਜਾਬ ਤੋਂ ਨੇ, ਤਾਂ ਫਿਰ ਪੰਜਾਬ ਸਰਕਾਰ ਇਸ ਦੀ ਜਿਹੜੀ ਹੈ ਪਾਲਿਸੀ ਬਣਾਵੇ। ਅਗਰ ਪਾਲਿਸੀ ਐਗਜ਼ਿਸਟ ਕਰਦੀ ਹੈ ਤਾਂ ਉਸ ਦੇ ਵਿੱਚ ਸੋਧ ਕਰੇ, ਤੇ ਇਹਨਾਂ ਨੂੰ ਜਿਹੜਾ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਏ, ਤਾਂ ਘੱਟੋ ਘੱਟ 10 ਲੱਖ ਰੁਪਏ ਉਸ ਪਰਿਵਾਰ ਨੂੰ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ। ਸੋ ਇਹ ਜਿਹੜੀ ਹੈ ਕੰਪਨਸੇਸ਼ਨ ਦੀ ਪਾਲਿਸੀ ਜਿਹੜੀ ਹੈ, ਹੁਣ ਇਸ ਦੀ ਮੰਗ ਉੱਠੀ ਹੈ। ਕਿਸਾਨ ਜਥੇਬੰਦੀਆਂ ਵਿਚਾਰਾਂ ਕਰ ਰਹੀਆਂ, ਸਰਕਾਰ ਦੇ ਨਾਲ ਹੁਣ ਰਾਬਤਾ ਕਾਇਮ ਕੀਤਾ ਜਾਏਗਾ ਕਿ ਇਹ ਬਹੁਤ ਲਾਜ਼ਮੀ ਹੈਗਾ, ਕਿਉਂਕਿ ਹਰ ਦਿਨ ਦੇਖੋ ਤੁਸੀਂ ਅਵਤਾਰ ਜੀ, ਕਿਹਾ ਇਹ ਜਾ ਰਿਹਾ ਹੈ ਕਿ ਹਾਰਟ ਅਟੈਕ ਹੋ ਗਿਆ। ਹੁਣ ਹਾਰਟ ਅਟੈਕ ਜੀ ਕਿਵੇਂ ਹੋਇਆ, ਸਵਾਲ ਇਹ ਖੜਾ ਹੋ ਜੀ ਰਿਹਾ। ਕਿਸਾਨਾਂ ਨੂੰ ਹਾਰਟ ਅਟੈਕ ਕਿਉਂ ਆ ਰਹੇ, ਉੱਥੇ ਕਿਸ ਤਰੀਕੇ ਦੇ ਨਾਲ ਉਹ ਆਪਣੀ ਜਾਨਾਂ ਗਵਾ ਰਹੇ ਆ? ਹਾਰਟ ਅਟੈਕ ਠੰਡ ਦੇ ਕਰਕੇ ਆ ਰਹੇ ਆ, ਠੰਡ ਸਹਿਣ ਨਹੀਂ ਹੋ ਰਹੀ। ਸੜਕ ਦੇ ਉੱਪਰ ਸੁੱਤੇ ਹੋਏ ਨੇ, ਆਸ-ਪਾਸ ਕੋਈ ਦੀਵਾਰਾਂ ਨਹੀਂ ਹੈਗੀਆਂ, ਟਰਾਲੀਆਂ ਦੇ ਵਿੱਚ ਸੁੱਤੇ ਹੋਏ ਆ, ਸੜਕ ਦੇ ਉੱਪਰ ਸੁੱਤੇ ਹੋਏ ਨੇ, ਸ਼ੀਤ ਲਹਿਰ ਚੱਲ ਰਹੀ ਹੈ, ਧੁੰਦ ਪਈ ਹੋਈ ਹੈ, ਕੋਹਰਾ ਪਿਆ ਹੋਇਆ ਹੈ। ਤੇ ਤੁਸੀਂ ਸੋਚੋ, ਅਜਿਹੀ ਠੰਡ ਦੇ ਵਿੱਚ ਉਹ ਸੌਣਗੇ ਤਾਂ ਠੰਡ ਲੱਗੇਗੀ, ਤਾਂ ਹਾਰਟ ਅਟੈਕ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਆ।